ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੇ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੈਤੋ ਦੇ ਮੋਰਚੇ ਦੀ। ਜੈਤੋ ਦਾ ਮੋਰਚਾ ਲੱਗਣ ਦੇ ਕੀ ਕਾਰਨ ਸਨ, ਕੀ ਭਾਣਾ ਉੱਥੇ ਵਾਪਰਿਆ ਤੇ ਕੀ ਕੁਝ ਹੋਇਆ। ਸਮੁੱਚੀ ਗੱਲਬਾਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝ ਪਾਉਣਗੇ ਪ੍ਰੋਫੈਸਰ ਰਵਿੰਦਰ ਸਿੰਘ ਜੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਜੈਤੋ ਦਾ ਮੋਰਚਾ ਜਿਹੜਾ ਆ ਉਹ ਲਾਉਣ ਦੇ ਕੀ ਕਾਰਨ ਸਨ, ਕਿਉਂ ਲੱਗਾ, ਤੇ ਇਸ ਮੋਰਚੇ ਦੇ ਵਿੱਚੋਂ ਮੈਂ ਚਾਹੂੰਗਾ ਕਿ ਜਿਹੜੀ ਸੰਖੇਪ ਜਾਣਕਾਰੀ ਮੋਰਚੇ ਦੀ ਉਹ ਸੰਗਤਾਂ ਨਾਲ ਸਾਂਝੀ ਕਰੋ। ਜੀ ਬਿਲਕੁਲ ਜੀ, ਜਿਹੜਾ ਗੁਰਦੁਆਰਾ ਗੰਗਸਰ ਜੈਤੋ ਦਾ ਮੋਰਚਾ ਜੀ ਇਹ ਸਿੱਖ ਪੰਥ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦਾ ਜੀ, ਕਿਉਂਕਿ ਇਸ ਮੋਰਚੇ ਤੋਂ ਸਾਨੂੰ ਪਤਾ ਲੱਗਦਾ ਕਿ ਸਿੱਖ ਪੰਥ ਦੇ ਵਿੱਚ ਸਿੱਖਾਂ ਦੇ ਵਿੱਚ ਆਪਣੇ ਗੁਰੂ ਦੇ ਨਿਰਾਦਰ ਪ੍ਰਤੀ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਜੀ। ਔਰ ਇਹ ਮੋਰਚਾ ਜਿਹੜਾ ਹੈਗਾ ਜੀ ਇਹ ਗੰਗਸਰ ਜੈਤੋ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਸੀ, ਜਿਹੜਾ ਕਿ ਉਸ ਵੇਲੇ ਅੰਗਰੇਜ਼ੀ ਹਕੂਮਤ ਵੱਲੋਂ ਉਸ ਸਮੇਂ ਦਾ ਜਿਹੜਾ ਅੰਗਰੇਜ਼ੀ ਅਫਸਰ ਸੀਗਾ ਵਿਲੀਅਮ ਜੌਨਸਟਨ ਜੀ, ਉਸ ਨੇ ਅਖੰਡ ਪਾਠ ਸਾਹਿਬ ਕਰਦੇ ਗ੍ਰੰਥੀ ਸਿੰਘ ਨੂੰ ਗੁਰੂ ਸਾਹਿਬ ਜੀ ਤਾਬਿਆਂ ਤੋਂ ਉਠਾ ਦਿੱਤਾ ਸੀ ਜੀ। ਔਰ ਇਸ ਦੇ ਰੋਸ ਦੇ ਵਿੱਚ ਸਿੰਘਾਂ ਨੇ ਉੱਥੇ ਮੋਰਚਾ ਲਗਾਇਆ ਔਰ ਸਿੰਘ ਜਾ ਕੇ ਅਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ ਉੱਥੇ ਗਏ ਜੀ। ਤਾਂ 21 ਫਰਵਰੀ 1924 ਨੂੰ ਜੀ ਉਹਨਾਂ ਨਿਹੱਥੇ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਗਈਆਂ ਜੀ। ਔਰ ਇਹ ਸਾਕਾ ਜਿਹੜਾ ਇਹ 21 ਫਰਵਰੀ 1924 ਨੂੰ ਅੰਗਰੇਜ਼ੀ ਹਕੂਮਤ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਿੱਖ ਸੰਗਤਾਂ ਦੇ ਉੱਤੇ ਇਹ ਅੰਨ੍ਹੇਵਾਹ ਗੋਲੀਆਂ ਦਾਗੀਆਂ ਗਈਆਂ ਜੀ। ਔਰ ਬਹੁਤ ਸਾਰੇ ਸਿੰਘ ਜਿਹੜੇ ਹੈਗੇ ਜੀ ਉੱਥੇ ਸ਼ਹੀਦ ਹੋਏ। ਇਸ ਤਰ੍ਹਾਂ ਦੇ ਨਾਲ ਇਹ ਸਾਕਾ ਜੀ ਜਿਹੜਾ ਵਾਪਰਦਾ ਹੈ ਜੀ। ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਉੱਥੇ ਅਖੰਡ ਪਾਠ ਸਾਹਿਬ ਜਿਹੜਾ ਆ ਉਹ ਚੱਲ ਰਿਹਾ ਸੀਗਾ, ਜਿਸ ਨੂੰ ਅੰਗਰੇਜ਼ਾਂ ਦੁਆਰਾ ਜਿਹੜਾ ਆ ਉਹ ਖੰਡਿਤ ਕਰ ਦਿੱਤਾ ਗਿਆ। ਅਖੰਡ ਪਾਠ ਸਾਹਿਬ ਰਖਾਉਣ ਦਾ ਕਾਰਨ ਜਿਹੜਾ ਆ ਉਹ ਕੀ ਸੀਗਾ, ਕਿਸ ਗੱਲ ਨੂੰ ਲੈ ਕੇ ਉੱਥੇ ਅਖੰਡ ਪਾਠ ਸਾਹਿਬ ਜਿਹੜਾ ਉਹ ਚੱਲ ਰਿਹਾ ਸੀ? ਜੀ ਬਿਲਕੁਲ, ਇਹਦੇ ਪਿੱਛੇ ਜਿਹੜਾ ਕਾਰਨ ਸੀਗਾ ਜੀ ਇਸ ਤੋਂ ਪਹਿਲੋਂ ਸਾਕਾ ਨਨਕਾਣਾ ਵਾਪਰਿਆ ਸੀਗਾ ਜੀ, ਜਿਹੜਾ ਕਿ 21 ਫਰਵਰੀ 1921 ਨੂੰ ਜੀ, ਜਿੱਥੇ ਕਿ ਸਿੱਖ ਸੰਗਤਾਂ ਨੇ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਕਿ ਨਰੈਣੂ ਮਹੰਤ ਸੀਗਾ ਜੀ, ਉਹਨੇ ਨਨਕਾਣਾ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ। ਉਹਨੂੰ ਉੱਥੋਂ ਕੱਢਣ ਵਾਸਤੇ ਉਹ ਦਿਹਾੜਾ ਵੀ ਅੱਜ ਹੀ ਹੈ ਜੀ, ਉਹ ਵੀ ਅੱਜ ਹੀ ਦਿਹਾੜਾ ਹੈ ਜੀ ਜੀ। ਉਸ ਦਿਹਾੜੇ ਦੇ ਸੰਬੰਧ ਦੇ ਵਿੱਚ ਜਦੋਂ ਇਹ ਸਾਕਾ ਵਾਪਰਿਆ ਸੀਗਾ ਜੀ, ਔਰ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਉਸ ਸਾਕੇ ਨੂੰ ਲੈ ਕੇ ਰੋਸ ਸੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਸਿੱਖ ਸੰਗਤਾਂ, ਸਮੁੱਚੀਆਂ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਇਸ ਰੋਸ ਦੇ ਵਿੱਚ ਕਾਲੀਆਂ ਦਸਤਾਰਾਂ ਸਜਾਉਣਗੇ ਜੀ, ਔਰ ਬੀਬੀਆਂ ਕਾਲੇ ਦੁਪੱਟੇ ਲੈਣਗੀਆਂ ਜੀ। ਤੇ ਉਸ ਸਮੇਂ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਰਿਆਸਤਾਂ ਸੀਗੀਆਂ, ਇੱਕ ਪਟਿਆਲਾ ਰਿਆਸਤ ਔਰ ਨਾਭਾ ਰਿਆਸਤ ਜੀ। ਔਰ ਜਿਹੜਾ ਨਾਭਾ ਰਿਆਸਤ ਦਾ ਰਾਜਾ ਸੀਗਾ ਮਹਾਰਾਜਾ ਰਿਪੁਦਮਨ ਸਿੰਘ ਜੀ, ਉਹ ਵੀ ਅਕਾਲ ਤਖਤ ਸਾਹਿਬ ਦਾ ਬਹੁਤ ਹੀ ਭਰੋਸੇਯੋਗ ਇੱਕ ਆਨੰਦ ਸੇਵਕ ਸੀ ਜੀ, ਕਹਿਣ ਤੋਂ ਭਾਵ ਕਿ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਜੀ। ਔਰ ਉਸਨੇ ਅੰਗਰੇਜ਼ੀ ਹਕੂਮਤ ਦੀ ਪਰਵਾਹ ਨਾ ਕਰਦਿਆਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਔਰ ਆਪ ਵੀ ਉਹ ਧਰਨੇ ਦੇ ਵਿੱਚ ਜੀ ਕਾਲੀ ਦਸਤਾਰ ਸਜਾ ਕੇ ਬੈਠਿਆ ਜੀ। ਹਾਂਜੀ ਬਿਲਕੁਲ। ਔਰ ਵੇਖੋ, ਇੱਕ ਐਡਾ ਵੱਡਾ ਬੰਦਾ ਹੋਵੇ, ਉਸ ਦਾ ਪਤਾ ਸੁਰਖੀਆਂ ਦੇ ਵਿੱਚ ਜਦੋਂ ਅਖਬਾਰਾਂ ਦੇ ਵਿੱਚ ਆਉਂਦਾ ਤੇ ਉਹ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਇਹ ਜਿਹੜਾ ਰਿਆਸਤ ਦਾ ਰਾਜਾ ਮਹਾਰਾਜਾ ਨਾਭਾ ਹੈਗਾ ਜੀ, ਇਹਨੇ ਇਸ ਰੋਸ ਦੇ ਵਿੱਚ ਕਾਲੀਆਂ ਦਸਤਾਰਾਂ ਸਜਾਈਆਂ ਨੇ ਔਰ ਸਿੱਖਾਂ ਦੇ ਨਾਲ ਇੱਕ ਖੜਾ ਹੋਇਆ ਤੇ ਇਸ ਕਰਕੇ ਉਹ ਅੰਗਰੇਜ਼ੀ ਸਰਕਾਰ ਨੂੰ ਬਹੁਤ ਚੁੱਭ ਰਿਹਾ ਸੀ ਜੀ। ਹਾਂਜੀ। ਤੇ ਦੂਸਰੇ ਪਾਸੇ ਮਹਾਰਾਜਾ ਪਟਿਆਲਾ ਸੀਗਾ ਜਿਹੜਾ, ਉਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਚੱਲ ਰਿਹਾ ਸੀਗਾ ਤੇ ਉਹਨਾਂ ਨੂੰ ਸੀਗਾ ਕਿ ਜਿਹੜਾ ਮਹਾਰਾਜਾ ਨਾਭਾ ਹੈਗਾ ਉਹ ਸਾਨੂੰ ਕਿਤੇ ਨਾ ਕਿਤੇ ਨੁਕਸਾਨਦੇਹ ਸਾਬਤ ਹੋ ਸਕਦਾ, ਇਸ ਕਰਕੇ ਇਸ ਨੂੰ ਗੱਦੀ ਤੋਂ ਲਾਹ ਦੇਣਾ ਹੀ ਮੁਨਾਸਬ ਹੈ ਜੀ। ਤੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ 5 ਜੂਨ 1923 ਨੂੰ ਕਸੌਲੀ ਦੇ ਵਿੱਚ ਉਹਨੂੰ ਮਹਾਰਾਜਾ ਨਾਭਾ ਨੂੰ ਬੁਲਾਇਆ ਗਿਆ ਕਿ ਤੁਹਾਡੇ ਨਾਲ ਕੋਈ ਮੀਟਿੰਗ ਕਰਨੀ ਹੈ ਜੀ। ਤੇ ਉੱਥੋਂ ਦਾ ਜਿਹੜਾ ਅੰਗਰੇਜ਼ ਅਫਸਰ ਸੀ ਮਿੰਚਨ ਜੀ, ਉਸਨੇ ਮਹਾਰਾਜਾ ਨਾਭਾ ਨੂੰ ਕਿਹਾ
ਕਿ ਤੁਹਾਡੇ ਲਈ ਬਿਹਤਰ ਹੈ ਕਿ ਤੁਸੀਂ ਆਪਣੇ ਆਪ ਹੀ ਅਸਤੀਫਾ ਦੇ ਕੇ ਚਲੇ ਜਾਓ ਜੀ ਔਰ ਆਪਣੇ ਨਾਬਾਲਗ ਪੁੱਤਰ ਨੂੰ ਗੱਦੀ ਤੇ ਬਿਠਾ ਦਿਓ। ਜੀ ਇਹ ਗੱਲਬਾਤ ਕੀਤੀ ਜੀ ਤੇ ਮਹਾਰਾਜਾ ਨਾਭਾ ਨੇ ਕਿਹਾ ਕਿ ਮੈਨੂੰ ਐਡਾ ਵੱਡਾ ਜਿਹੜਾ ਫੈਸਲਾ ਲੈਣ ਦੇ ਲਈ ਮੈਨੂੰ ਕੁਝ ਸਮਾਂ ਦਿਓ। ਜੀ ਤੇ ਮਹਾਰਾਜਾ ਨਾਭਾ ਜਦੋਂ ਆਇਆ ਇੱਥੇ ਤਾਂ ਉਹਨਾਂ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਅਤੇ ਮਾਸਟਰ ਤਾਰਾ ਸਿੰਘ ਜੀ ਹੋਰਾਂ ਨਾਲ ਇਹ ਸਾਰੀ ਗੁਫ਼ਤਗੂ ਜਿਹੜੀ ਹੋਈ ਸੀ ਉਹਨਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਕਿ ਇਸ ਤਰ੍ਹਾਂ ਦੇ ਨਾਲ ਮੈਨੂੰ ਸਾਕਾ ਨਨਕਾਣੇ ਦੇ ਰੋਸ ਦੇ ਵਜੋਂ ਕਾਲੀ ਦਸਤਾਰ ਸਜਾਉਣ ਦੇ ਇਵਜ਼ ਦੇ ਵਿੱਚ ਅੰਗਰੇਜ਼ੀ ਸਰਕਾਰ ਨੇ ਮੈਨੂੰ ਆਹ ਫਰਮਾਨ ਜਾਰੀ ਕੀਤਾ ਜੀ। ਤੇ ਮਾਸਟਰ ਤਾਰਾ ਸਿੰਘ ਜੀ ਔਰ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਉਹਨਾਂ ਨੇ ਮਹਾਰਾਜਾ ਨਾਭਾ ਨੂੰ ਕਿਹਾ ਕਿ ਤੁਸੀਂ ਕਦੇ ਵੀ ਆਪਣੇ ਹੱਥ ਦੇ ਨਾਲ ਅਸਤੀਫਾ ਲਿਖ ਕੇ ਨਹੀਂ ਦੇਣਾ ਜੀ। ਪੂਰੀ ਸਮੁੱਚੀ ਸਿੱਖ ਕੌਮ ਹੈ ਜਿਹੜੀ ਪੂਰਾ ਸਿੱਖ ਪੰਥ ਤੁਹਾਡੇ ਨਾਲ ਜੀ ਤੁਹਾਡੇ ਨਾਲ ਹੈ ਬਿਲਕੁਲ। ਠੀਕ ਹੈ ਜੀ ਕਿ ਇੱਕ ਫਰਜ਼ ਵੀ ਬਣਦਾ ਸੀ ਸਿੱਖ ਕੌਮ ਦਾ ਜੀ। ਤੇ ਉਹਨਾਂ ਨੇ ਜੀ ਮਹਾਰਾਜਾ ਨਾਭਾ ਨੂੰ ਕਿਹਾ ਵੀ ਤੁਸੀਂ ਇਹ ਅਸਤੀਫਾ ਬਿਲਕੁਲ ਵੀ ਨਹੀਂ ਦੇਣਾ ਹੈਗਾ ਜੀ। ਸੋ ਇਸ ਤਰ੍ਹਾਂ ਦੇ ਨਾਲ ਕੀ ਹੋਇਆ ਕਿ ਫਿਰ ਜੁਲਾਈ ਦੇ ਵਿੱਚ ਫਿਰ ਦੁਬਾਰਾ ਇਹ ਮਹਾਰਾਜਾ ਨਾਭਾ ਨੂੰ ਬੁਲਾ ਕੇ ਉਹਨਾਂ ਨੇ ਜ਼ਬਰਦਸਤੀ ਉਹਨਾਂ ਤੋਂ ਕਿਸੇ ਕਾਗਜ਼ ਦੇ ਉੱਤੇ ਸਾਈਨ ਕਰਵਾ ਦਿੱਤੇ ਔਰ ਮਹਾਰਾਜਾ ਨਾਭਾ ਨੂੰ ਦੇਹਰਾਦੂਨ ਨਜ਼ਰਬੰਦ ਕਰ ਦਿੱਤਾ ਜੀ। ਨਜ਼ਰਬੰਦ ਕੀਤਾ ਔਰ ਫਿਰ ਅੰਗਰੇਜ਼ੀ ਸਰਕਾਰ ਨੇ ਲੋਕਾਂ ਦੇ ਵਿੱਚ ਇਹ ਖਬਰ ਫੈਲਾ ਦਿੱਤੀ ਕਿ ਮਹਾਰਾਜਾ ਨਾਭਾ ਜਿਹੜੇ ਹੈਗੇ ਨੇ ਉਹ ਆਪਣਾ ਰਾਜ ਭਾਗ ਅੰਗਰੇਜ਼ੀ ਸਰਕਾਰ ਨੂੰ ਸੌਂਪ ਕੇ ਇਕਾਂਤਵਾਸ ਹੋ ਗਏ ਨੇ ਜੀ। ਹੁਣ ਇਸ ਗੱਲ ਦਾ ਸਿੱਖ ਪੰਥ ਨੂੰ ਪਤਾ ਸੀਗਾ ਕਿਉਂਕਿ ਇਸ ਗੱਲ ਇਹ ਜਿਹੜੀ ਗੁਫ਼ਤਗੂ ਸਾਰੀ ਹੋਈ ਸੀ ਮਾਸਟਰ ਤਾਰਾ ਸਿੰਘ ਜੀ ਔਰ ਤੇਜਾ ਸਿੰਘ ਸਮੁੰਦਰੀ ਹੋਰਾਂ ਨੂੰ ਪਤਾ ਸੀ ਕਿ ਸਿੱਖ ਪੰਥ ਸਮੁੱਚਾ ਜਾਣਦਾ ਸੀ ਤੇ ਉਹਨਾਂ ਨੇ ਇਸ ਗੱਲ ਦੇ ਰੋਸ ਵਜੋਂ ਇੱਕ ਭਾਰੀ ਇਕੱਠ ਕੀਤਾ ਜੀ ਔਰ ਉਹਨਾਂ ਨੇ ਨਾਭਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਜੀ। ਸਿੱਖ ਸਮੁੱਚੇ ਸਿੱਖ ਪੰਥ ਨੇ ਇੱਕ ਰੋਸ ਵਜੋਂ ਕਿ ਸਾਨੂੰ ਸਾਡਾ ਮਹਾਰਾਜਾ ਜਿਹੜਾ ਉਹ ਵਾਪਸ ਚਾਹੀਦਾ ਜਿੱਥੇ ਵੀ ਹੈ ਉਹਨੂੰ ਲਿਆ ਕੇ ਗੱਦੀ ਤੇ ਬਹਾਲ ਕੀਤਾ ਜਾਵੇ ਜੀ। ਹਾਂਜੀ ਤੇ ਉਹ ਨਾਭਾ ਦਿਵਸ ਮਨਾਉਣ ਦੇ ਲਈ ਸਿੱਖ ਸੰਗਤਾਂ ਇਕੱਤਰ ਹੋਈਆਂ ਤੇ ਉਦੋਂ ਵੀ ਅੰਗਰੇਜ਼ੀ ਸਰਕਾਰ ਨੇ ਇਸ ਨਾਭਾ ਦਿਵਸ ਨੂੰ ਮਨਾਉਣ ਦੇ ਲਈ ਮਤਲਬ ਉਹਨਾਂ ਦੇ ਉੱਤੇ ਬਹੁਤ ਜ਼ੋਰ ਜ਼ੁਲਮ ਵੀ ਕਰਨ ਦੀ ਮਨਾਇਆ ਜਾਵੇ ਕੋਸ਼ਿਸ਼ ਕੀਤੀ ਜੀ। ਤੇ ਫਿਰ ਇਹ ਜਿਹੜਾ ਹਲਕਾ ਪੈਂਦਾ ਜੀ ਗੰਗਸਰ ਗੁਰਦੁਆਰਾ ਗੰਗਸਰ ਜੈਤੋਂ ਇਹ ਨਾਭੇ ਦੇ ਹਲਕੇ ਦੇ ਵਿੱਚ ਪੈਂਦਾ ਸੀ ਰਿਆਸਤ ਨਾਭੇ ਦੇ ਵਿੱਚ ਆਉਂਦਾ ਸੀ ਤੇ ਉੱਥੇ ਅਖੰਡ ਪਾਠ ਸਾਹਿਬ ਜਿਹੜਾ ਹੈਗਾ ਜੀ ਉਹ ਆਰੰਭ ਕੀਤਾ ਗਿਆ ਜੀ। ਅਖੰਡ ਪਾਠ 14 ਸਤੰਬਰ 1923 ਨੂੰ ਆਰੰਭ ਕੀਤਾ ਗਿਆ ਮਹਾਰਾਜਾ ਦੀ ਬਹਾਲੀ ਵਾਸਤੇ ਜੀ। ਅਰਦਾਸ ਇਹ ਕੀਤੀ ਗਈ ਅਖੰਡ ਪਾਠ ਸਾਹਿਬ ਆਰੰਭ ਕਰਨ ਤੋਂ ਪਹਿਲਾਂ ਕਿ ਸਮੁੱਚਾ ਸਿੱਖ ਪੰਥ ਜਿਹੜਾ ਹੈਗਾ ਮਹਾਰਾਜਾ ਨਾਭਾ ਦੇ ਨਾਲ ਖਲੋਤਾ ਹੈ। ਅਸੀਂ ਮਹਾਰਾਜਾ ਨਾਭਾ ਦੀ ਬਹਾਲੀ ਵਾਸਤੇ ਸਮੁੱਚਾ ਸਿੱਖ ਪੰਥ ਹੈ ਜਿਹੜਾ ਉਹ ਅਖੰਡ ਪਾਠ ਸਾਹਿਬ ਆਰੰਭ ਕਰ ਰਿਹਾ ਔਰ ਆਪ ਜੀ ਨੇ ਸਮਰੱਥਾ ਬਖਸ਼ਣੀ ਬਲ ਬੁੱਧੀ ਬਖਸ਼ਣੀ ਔਰ ਕਿਰਪਾ ਕਰਨੀ ਕਿ ਮਹਾਰਾਜਾ ਨਾਭਾ ਜਿਹੜਾ ਉਹ ਫਿਰ ਤੋਂ ਸਥਾਪਿਤ ਹੋ ਜਾਵੇ। ਜਦੋਂ ਇਸ ਗੱਲ ਦਾ ਅੰਗਰੇਜ਼ੀ ਸਰਕਾਰ ਨੂੰ ਪਤਾ ਲੱਗਾ ਉਹ ਸਮੇਂ ਦਾ ਮੌਕੇ ਦਾ ਅਫਸਰ ਸੀਗਾ ਵਿਲੀਅਮ ਜੌਨਸਟਨ ਜੀ ਤੇ ਉਹਨੇ ਆਪਣੇ ਫੌਜੀਆਂ ਨੂੰ ਕਿਹਾ ਕਿ ਇਹ ਆਪਾਂ ਅਖੰਡ ਪਾਠ ਜਿਹੜਾ ਹੈਗਾ ਇਹ ਸੰਪੂਰਨ ਨਹੀਂ ਹੋਣ ਦੇਣਾ। ਉਸ ਵੇਲੇ ਦੇ ਜਿਹੜੇ ਗ੍ਰੰਥੀ ਸਿੰਘ ਸੀਗੇ ਭਾਈ ਇੰਦਰ ਸਿੰਘ ਜੀ ਉਹ ਮਹਾਰਾਜ ਦਾ ਪਾਠ ਕਰ ਰਹੇ ਸਨ ਗੁਰੂ ਸਾਹਿਬ ਜੀ ਦੀ ਤਾਬਿਆਂ ਦੇ ਵਿੱਚ ਬੈਠੇ ਹੋਏ ਸਨ ਔਰ ਫੌਜੀਆਂ ਨੇ ਗਿਆਨੀ ਇੰਦਰ ਸਿੰਘ ਜੀ ਨੂੰ ਬਾਹੋਂ ਫੜ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚੋਂ ਧੂ ਕੇ ਗ੍ਰਿਫਤਾਰ ਕਰ ਲਿਆ ਔਰ ਜਦੋਂ ਇਸ ਗੱਲ ਦਾ ਪਤਾ ਸਿੱਖ ਪੰਥ ਨੂੰ ਲੱਗਾ ਕਿ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਗਿਆਨੀ ਜੀ ਨੂੰ ਉੱਥੋਂ ਉਠਾ ਦਿੱਤਾ ਗਿਆ ਔਰ ਅਖੰਡ ਪਾਠ ਸਾਹਿਬ ਖੰਡਿਤ ਹੋ ਚੁੱਕਾ ਹੈ ਤੇ ਇਸ ਤੇ ਕਾਰਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਜਿਹੜਾ ਉਹ ਪਾਇਆ ਗਿਆ। ਇਸ ਤਰ੍ਹਾਂ ਦੇ ਨਾਲ ਅਖੰਡ ਪਾਠ ਸਾਹਿਬ ਜਿਹੜਾ ਉਹ ਆਰੰਭ ਕੀਤਾ ਗਿਆ ਜੀ। ਬਿਲਕੁਲ ਜਿਵੇਂ ਤੇ ਤੁਸੀਂ ਪ੍ਰਸਾਦ ਜ਼ਿਕਰ ਕੀਤਾ ਕਿ ਅਖੰਡ ਪਾਠ ਸਾਹਿਬ ਜਿਹੜਾ ਆ ਉਹ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਆ ਉਹ ਪੂਰਾ ਨਹੀਂ ਹੋਣ ਦੇਣਾ ਤਾਂ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਤਾਂ ਫਿਰ ਜਦੋਂ ਅਖੰਡ ਪਾਠ ਸਾਹਿਬ ਉਹਨਾਂ ਨੇ ਖੰਡਿਤ ਕਰ ਦਿੱਤਾ ਤਾਂ ਸਿੱਖ ਪੰਥ ਦੇ ਵਿੱਚ ਸਿੱਖਾਂ ਦੇ ਵਿੱਚ ਕਿਵੇਂ ਦਾ ਰੋਸ ਜਿਹੜਾ ਦੇਖਣ ਨੂੰ ਮਿਲਿਆ ਜੀ। ਬਿਲਕੁਲ ਦੇਖੋ ਜਦੋਂ ਉਹਨਾਂ ਨੇ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੋਈ ਹੈ ਜੀ। ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਸਿੰਘ ਨੂੰ ਉਠਾਇਆ ਗਿਆ ਜ਼ਬਰਦਸਤੀ ਔਰ ਹੁਣ ਅਸੀਂ ਇੱਥੋਂ 25 ਸਿੰਘਾਂ ਦਾ ਜਥਾ ਜਾਏਗਾ 25 ਸਿੰਘਾਂ ਦਾ ਜਥਾ ਔਰ ਉਸੇ ਸਥਾਨ ਦੇ ਉੱਤੇ ਜਾ ਕੇ ਦੁਬਾਰਾ ਤੋਂ ਫਿਰ ਜਿਹੜਾ ਅਖੰਡ ਪਾਠ ਸਾਹਿਬ ਹੈ ਉਹ ਆਰੰਭ ਕੀਤਾ ਜਾਏਗਾ। ਇਹ ਮਤਾ ਪਾਸ ਕੀਤਾ ਜੀ ਔਰ 25 ਸਿੰਘਾਂ ਦਾ ਜਥਾ ਜਦੋਂ ਰਵਾਨਾ ਹੋਇਆ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਜੀ। ਜਦੋਂ ਸਿੰਘਾਂ ਨੇ ਕਿਹਾ ਕਿ ਅਸੀਂ ਅਰਦਾਸਾ ਸੋਧ ਕੇ ਆਏ ਹਾਂ
ਸਾਨੂੰ ਭਾਵੇਂ ਮਾਰ ਮੁਕਾ ਦੇਵੋ ਪਰ ਅਸੀਂ ਅਖੰਡ ਪਾਠ ਸਾਹਿਬ ਉੱਥੇ ਜਾ ਕੇ ਆਰੰਭ ਕਰਨਾ ਹੈ ਜੀ। ਤਾਂ ਇਤਿਹਾਸ ਦੇ ਵਿੱਚ ਹਵਾਲਾ ਮਿਲਦਾ ਹੈ ਕਿ ਉਹਨਾਂ ਨੂੰ ਛੱਲੀਆਂ ਵਾਂਗ ਡਾਂਗਾਂ ਦੇ ਨਾਲ ਕੁੱਟਿਆ ਗਿਆ ਜੀ। ਜਿੱਥੇ ਵੀ ਕਿਤੇ ਡਾਂਗ ਪੈਂਦੀ ਸੀਗੀ ਤੇ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀ ਕਿਉਂਕਿ ਇਹ ਮਿੱਥ ਕੇ ਚੱਲੇ ਸੀ ਜੀ। ਮੋਰਚੇ ਦਾ ਸ਼ਬਦ ਹੀ ਇਹ ਹੁੰਦਾ ਹੈ ਕਿ ਸ਼ਾਂਤਮਈ ਧਰਨਾ ਦੇਣਾ ਜੀ। ਹਾਂਜੀ। ਔਰ ਸਤਨਾਮ ਵਾਹਿਗੁਰੂ ਕਹਿੰਦੇ ਰਹੇ, ਕਈ ਸਿੰਘ ਜਿਹੜੇ ਹੈਗੇ ਨੇ ਉਹ ਜ਼ਖਮੀ ਹੋਏ ਤੇ ਕਈਆਂ ਦੇ ਉੱਤੇ ਗੋਲੀ ਵੀ ਭਰਾਈ ਗਈ ਤੇ ਕਈਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਹੈ। ਔਰ ਫਿਰ ਦੁਬਾਰਾ ਤੋਂ 25 ਸਿੰਘਾਂ ਦੇ ਜਿਹੜੇ ਜਥੇ ਹੈਗੇ ਨੇ ਉਹ ਭੇਜੇ ਜਾਂਦੇ ਰਹੇ ਜੀ। ਹਾਂਜੀ। ਤਾਂ ਅੰਤ ਦੇ ਵਿੱਚ ਜਦੋਂ ਇਹ ਵਾਹ ਨਾ ਚਲਦੀ ਦੇਖੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਇੱਕ ਸਾਨੂੰ ਅਖੰਡ ਪਾਠ ਸਾਹਿਬ ਆਰੰਭ ਕਰਨ ਨਹੀਂ ਦੇ ਰਹੇ ਹੈਗੇ ਤੇ ਹੁਣ ਆਪਾਂ ਅਖੀਰ ਦੇ ਵਿੱਚ 500 ਸਿੰਘਾਂ ਦਾ ਸ਼ਹੀਦੀ ਜਥਾ ਜਿਹੜਾ ਉਹ ਤਿਆਰ ਕਰਨਾ ਜੀ। ਸ਼ਹੀਦੀ ਜਥੇ ਦਾ ਮਤਲਬ ਇਹ ਹੈ ਕਿ ਇਹ ਸਿੰਘ ਜਾਂ ਤੇ ਸ਼ਹੀਦ ਹੋਣਗੇ ਜੀ ਤੇ ਜਾਂ ਫਿਰ ਇਹ ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਕੇ ਆਉਣਗੇ ਜੀ। ਹਾਂਜੀ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਇਹ 9 ਫਰਵਰੀ ਨੂੰ ਜਿਹੜਾ ਜੀ ਇਹ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਜੀ। ਔਰ 21 ਫਰਵਰੀ ਨੂੰ ਇਹ ਜੀ ਗੰਗਸਰ ਜੈਤੋਂ ਪਹੁੰਚਦਾ ਹੈ ਜੀ। ਔਰ ਉੱਥੇ ਜੌਨਸਨ ਵਿਲੀਅਮ ਪਹਿਲਾਂ ਹੀ ਉਹਨੂੰ ਪਤਾ ਲੱਗਾ ਹੋਇਆ ਸੀ ਕਿ ਉੱਥੇ ਆਏ ਹੋਏ ਨੇ ਜੀ, ਸਿੰਘਾਂ ਨੇ ਆਉਣਾ ਹੈ ਜੀ। ਔਰ ਜਦੋਂ ਸਿੰਘਾਂ ਨੂੰ ਦੇਖਿਆ ਕਿ ਇਹ 500 ਦਾ ਜਥਾ ਜਿਹੜਾ ਹੈਗਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਆ ਰਿਹਾ ਹੈ ਜੀ, ਤੇ ਜੌਨਸਨ ਵਿਲੀਅਮ ਜੌਨਸਟਨ ਨੇ ਉੱਥੇ ਪਹਿਲਾਂ ਹੀ ਆਪਣੇ ਫੌਜੀਆਂ ਨੂੰ ਇਹ ਹੁਕਮ ਕਰ ਦਿੱਤਾ ਸੀ ਕਿ ਆਪਾਂ ਇਹਨਾਂ ਨਾਲ ਕੋਈ ਵੀ ਗੱਲ ਨਹੀਂ ਕਰਨੀ ਹੈ ਤੇ ਇਹਨਾਂ ਦੇ ਉੱਤੇ ਅੰਨ੍ਹੇਵਾਹ ਫਾਇਰਿੰਗ ਹੈ ਜਿਹੜੀ ਉਹ ਕਰ ਦਿੱਤੀ ਜਾਵੇ ਜੀ। ਤਾਂ 21 ਫਰਵਰੀ 1924 ਵਾਲੇ ਦਿਨ ਜਦੋਂ ਸਿੰਘ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਉੱਤੇ ਅੰਨ੍ਹੇਵਾਹ ਫਾਇਰਿੰਗ ਜਿਹੜੀ ਹੈਗੀ ਹੈ ਉਹ ਕਰ ਦਿੱਤੀ ਜਾਂਦੀ ਹੈ ਔਰ ਸੈਂਕੜੇ ਸਿੰਘ ਜਿਹੜੇ ਹੈਗੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਜਿਹੜੇ ਬਚਦੇ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਤੇ ਜਾਂ ਕਈਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਡੱਕ ਦਿੱਤਾ ਜਾਂਦਾ। ਸੋ ਕਹਿਣ ਤੋਂ ਭਾਵ ਕਿ ਇਸ ਤੋਂ ਪਹਿਲਾਂ ਜਿਵੇਂ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ, ਉਹ ਸਿੱਖ ਸੰਗਤਾਂ ਦੇ ਵਿੱਚ ਇਹ ਹੋਇਆ ਕਿ ਇਹ ਦੂਸਰਾ ਜਰਨਲ ਡਾਇਰ ਹੈ ਜਿਹੜਾ ਇਹ ਇੱਥੇ ਫਿਰ ਦੁਬਾਰਾ ਆ ਚੁੱਕਾ ਹੈ ਕਿਉਂਕਿ 1919 ਜਲਿਆਂਵਾਲੇ ਬਾਗ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਅੰਨ੍ਹੇਵਾਹ ਫਾਇਰਿੰਗ ਜਿਹੜੀ ਕੀਤੀ ਗਈ ਸੀ ਔਰ ਇੱਥੇ ਵੀ ਜਿਹੜੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਦੇ ਉੱਤੇ ਇਹ ਨਿਹੱਥਿਆਂ ਦੇ ਉੱਤੇ ਜਿਹੜੀਆਂ ਹੈਗੀਆਂ ਗੋਲੀਆਂ ਵਰਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜੀ। ਬਿਲਕੁਲ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਪ੍ਰੋਫੈਸਰ ਰਵਿੰਦਰ ਸਿੰਘ ਜੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਜੈਤੋ ਦੇ ਮੋਰਚੇ ਦਾ ਇਤਿਹਾਸ ਜਿਹੜਾ ਆ ਉਹ ਸਾਂਝਾ ਕਰ ਰਹੇ ਆ ਕਿ ਕਿਵੇਂ ਜੈਤੋ ਦਾ ਮੋਰਚਾ ਜਿਹੜਾ ਉਹ ਲੱਗਾ, ਕੀ ਘਟਨਾਕ੍ਰਮ ਜਿਹੜਾ ਆ ਉਹ ਉੱਥੇ ਵਾਪਰਦਾ ਹੈ। ਸੋ ਸਮੁੱਚੀ ਗੱਲਬਾਤ ਜਿਹੜੀ ਆ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਿੱਖ ਚੈਨਲ ਦੇ ਰਾਹੀਂ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਰਵਣ ਕਰ ਰਹੀਆਂ। ਸੋ ਅੱਗੇ ਵਧਾਉਂਦੇ ਹਾਂ ਗੱਲਬਾਤ ਨੂੰ। ਪ੍ਰੈਸ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਵਿਲੀਅਮ ਜੌਨਸਨ ਨੇ ਉੱਥੇ ਪਹੁੰਚੇ, ਸਿੰਘਾਂ ਦੇ ਉੱਤੇ ਭਾਰੀ ਤਸ਼ੱਦਦ ਕੀਤਾ, ਗੋਲੀਆਂ ਚਲਾਈਆਂ, ਮਾਰਿਆ ਕੁੱਟਿਆ, ਜੇਲ੍ਹਾਂ 'ਚ ਡੱਕਿਆ। ਫਿਰ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਕੀ ਘਟਨਾਕ੍ਰਮ ਜਿਹੜਾ ਆ ਉਹ ਵਾਪਰਦਾ ਆ? ਜੀ ਬਿਲਕੁਲ। ਇਹ ਮੋਰਚਾ ਇੱਥੇ ਖਤਮ ਨਹੀਂ ਹੋਇਆ ਜੀ। ਤੇ ਸ਼ਹੀਦੀਆਂ ਦਾ ਦੌਰ, ਗ੍ਰਿਫਤਾਰੀਆਂ ਦਾ ਦੌਰ ਹੈ ਜਿਹੜਾ ਉਹ ਚੱਲਦਾ ਰਿਹਾ ਜੀ। ਦੇਖੋ, ਸਿੱਖ ਪੰਥ ਜਿਹੜਾ ਹੈਗਾ ਜੀ ਉਹ ਕੁਰਬਾਨੀ ਨੂੰ ਪਹਿਲ ਦਿੰਦਾ, ਜੀਵਨ ਨੂੰ ਪਹਿਲ ਨਹੀਂ ਦਿੰਦਾ ਜੀ। ਬਿਲਕੁਲ ਜੀ। ਦੂਸਰੀ ਗੱਲ, ਸਿੱਖ ਪੰਥ ਦੇ ਵਿੱਚ ਆਪਣੇ ਗੁਰੂ ਦੇ ਨਿਰਾਦਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬਿਲਕੁਲ ਹਾਂਜੀ। ਕਿਉਂਕਿ ਸਿੱਖ ਪੰਥ ਜਿਹੜਾ ਹੈਗਾ ਉਹ ਸਿੱਖ ਪੰਥ ਦੇ ਜਾਂ ਸਿੱਖ ਇਤਿਹਾਸ ਦੇ ਪੰਨੇ ਜਿਹੜੇ ਹੈਗੇ ਨੇ, ਜੇਕਰ ਕਹੀਏ ਕਿ ਖੂਨ ਦੇ ਨਾਲ ਲਿਖੇ ਗਏ ਨੇ ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਜੀ। ਹਾਂਜੀ ਬਿਲਕੁਲ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਇਹ ਸਾਕਾ ਵਾਪਰਦਾ ਹੈ ਜੀ ਤਾਂ ਫਿਰ ਦੁਬਾਰਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਫੈਸਲਾ ਕੀਤਾ ਗਿਆ ਜੀ ਕਿ ਸਿੰਘਾਂ ਦਾ ਦੂਸਰਾ ਜਥਾ ਜਿਹੜਾ ਉਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ ਜਾਏਗਾ, ਦੁਬਾਰਾ ਫਿਰ ਜਾਏਗਾ ਜੀ। ਔਰ ਮੈਂ ਜਦੋਂ ਇਹ ਵਾਰਤਾ ਪੜ੍ਹ ਰਿਹਾ ਸੀ ਤੇ ਮੇਰੇ ਰੌਂਗਟੇ ਖੜੇ ਹੋ ਰਹੇ ਸੀ ਕਿ ਜਦੋਂ ਹੀ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਦੁਬਾਰਾ ਸ਼ਹੀਦੀ ਜਥਾ ਜਾਣਾ ਹੈ ਜੀ ਤਾਂ ਅਨੇਕਾਂ ਨਾਮ ਔਰ ਅਨੇਕਾਂ ਹੀ ਨੌਜਵਾਨ ਜੀ, ਵੀਰ ਜੀ, ਬੱਚੇ ਜੀ, ਬਜ਼ੁਰਗ ਜੀ, ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਜੀ ਕਿ ਅਸੀਂ ਸ਼ਹੀਦੀ ਜਥੇ ਦੇ ਵਿੱਚ ਸ਼ਾਮਲ ਹੋਣਾ। ਬਿਲਕੁਲ ਹਾਂਜੀ। ਔਰ ਜਦੋਂ ਦੂਸਰਾ ਸ਼ਹੀਦੀ ਜਥਾ
ਬਹੁਤ ਸਾਰੀ ਗਿਣਤੀ ਉੱਥੇ ਉਹਨਾਂ ਦੀ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਹੋਈ ਜੀ। ਤੇ ਜਥੇਦਾਰ ਊਧਮ ਸਿੰਘ ਵਰਪਾਲ ਲਿਖਦੇ ਨੇ ਕਿ ਕੋਈ 30,000 ਦੇ ਕਰੀਬ ਸਿੱਖ ਸੰਗਤਾਂ ਨੇ ਆਪਣੇ ਨਾਵਾਂ ਦੀ ਤਜਵੀਜ਼ ਜਿਹੜੀ ਹੈ ਉਹ ਭੇਜੀ ਜੀ। ਔਰ ਫਿਰ ਜਦੋਂ ਦੂਸਰਾ ਜਥਾ ਉੱਥੋਂ ਰਵਾਨਾ ਹੋਣ ਲੱਗਦਾ ਹੈ ਜੀ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕੀਤੀ। ਅਰਦਾਸ ਦੇ ਬੋਲ ਕੀ ਸਨ ਕਿ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ, ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਵਾਸਤੇ ਜੈਤੋਂ ਵਿਖੇ ਜਾ ਰਹੇ ਹਾਂ ਜੀ। ਜਾਂ ਤੇ ਅਖੰਡ ਪਾਠ ਸਾਹਿਬ ਆਰੰਭ ਕਰਾਂਗੇ ਜੀ ਤੇ ਜਾਂ ਫਿਰ ਅਸੀਂ ਸ਼ਹਾਦਤ ਦਾ ਜਾਮ ਪੀਵਾਂਗੇ। ਜੀ। ਗੁਰੂ ਪਾਤਸ਼ਾਹ ਕਿਰਪਾ ਕਰਨੀ ਇਹ ਜ਼ਿੰਦੜੀ ਤੁਹਾਡੇ ਲੇਖੇ ਲੱਗ ਜਾਵੇ। ਜੀ। ਦੇਖੋ ਮੈਂ ਜਦੋਂ ਪੜ੍ਹਦਾ ਤੇ ਗੁਰਬਾਣੀ ਦੇ ਉਹ ਵਾਕ ਯਾਦ ਆਉਂਦੇ ਨੇ ਕਿ ਮੋਹੇ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰੋ ਹਮਾਰੇ ਦੁਆਰ। ਜੀ। ਔਰ ਦੂਸਰੀ ਗੱਲ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਜਦੋਂ ਅਸੀਂ ਪੁਰਾਤਨ ਸਿੰਘਾਂ ਦਾ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਸੀ ਕਿ ਸਿੰਘ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ ਆਪਣੇ ਗੁਰੂ ਦੇ ਪ੍ਰੇਮ ਦੇ ਕਾਰਨ ਕਰਕੇ। ਪਰ ਜਦੋਂ ਅਸੀਂ ਅਜੋਕੇ ਸੰਦਰਭ ਦੇ ਵਿੱਚ ਦੇਖਿਆ ਜਾਂ ਅਜੋਕੇ ਸਮੇਂ ਦੇ ਵਿੱਚ ਦੇਖਿਆ ਹਾਂਜੀ 19ਵੀਂ ਸਦੀ ਦੇ ਵਿੱਚ ਕਿ ਸਿੱਖਾਂ ਦੇ ਵਿੱਚ ਉਹ ਹੀ ਚਾਹ ਜੀ ਕਿਉਂਕਿ ਅੰਮ੍ਰਿਤ ਤੇ ਉਹ ਹੀ ਹੈ ਨਾ ਜਿਹੜਾ ਗੁਰੂ ਸਾਹਿਬ ਜੀ ਨੇ ਸਾਡੇ ਅੰਦਰ ਭਰਿਆ ਕਿ ਉਹ ਅੰਮ੍ਰਿਤ ਦੇ 2 ਘੁੱਟ ਪੀ ਕੇ ਜਿਹੜਾ ਸਿੰਘ ਹੈ ਉਹ ਖਾਲਸਾ ਬਣ ਜਾਂਦਾ ਹੈ ਔਰ ਮੌਤ ਦੀ ਪਰਵਾਹ ਨਹੀਂ ਕਰਦਾ। ਬਿਲਕੁਲ ਹਾਂਜੀ। ਇਸੇ ਤਰ੍ਹਾਂ ਦੇ ਨਾਲ ਉਹ ਸਿੱਖ ਜਿਹੜੇ ਹੈਗੇ ਸੀਗੇ ਉਹ ਮੌਤ ਨੂੰ ਮਖੌਲਾਂ ਕਰਦੇ ਨੇ ਜੀ। ਔਰ ਫਿਰ ਜਦੋਂ ਉਹ ਅਰਦਾਸ ਕੀਤੀ ਨਾ ਜੀ ਸਿੰਘਾਂ ਨੇ ਤੇ ਉਹਨਾਂ ਨੇ ਫਿਰ ਇੱਕ ਪੈਗਾਮ ਸੰਗਤਾਂ ਨੂੰ ਬੋਲਿਆ ਕਿ ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ ਅਸੀਂ ਆਖਰੀ ਫਤਿਹ 'ਚ ਬੁਲਾ ਚੱਲੇ ਜੀ। ਆਖਰੀ ਫਤਿਹ ਤੋਂ ਭਾਵ ਕਿ ਹੁਣ ਅਸੀਂ ਚੱਲੇ ਹਾਂ ਜੀ ਵਾਪਸ। ਪਹਿਲਾ ਜਥਾ ਤੇ ਆਇਆ ਨਹੀਂ, ਹੁਣ ਅਸੀਂ ਆਉਣਾ ਕਿ ਨਹੀਂ ਆਉਣਾ ਜੀ। ਹਾਂਜੀ। ਸੋ ਜਥੇਦਾਰ ਊਧਮ ਸਿੰਘ ਜੀ ਨੇ ਲਿਖੀ ਹੈ ਗੱਲ ਕਿ ਉਸ ਸਮੇਂ ਮਾਵਾਂ ਨੇ ਆਪਣੇ ਪੁੱਤਰਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜੀ, ਸਿਹਰੇ ਪਾਏ, ਮੱਥੇ ਚੁੰਮੇ ਕਿ ਪੁੱਤਰ ਤੁਸੀਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾ ਰਹੇ ਹੋ ਜੀ। ਕਿੰਨਾ ਜਜ਼ਬਾ ਸੀ ਜੀ ਅੰਦਰ। ਬਿਲਕੁਲ ਹਾਂਜੀ। ਭੈਣਾਂ ਨੇ ਆਪਣੇ ਭਰਾਵਾਂ ਦੇ ਮੱਥਿਆਂ ਨੂੰ ਚੁੰਮਿਆ ਜੀ, ਗਲਵਕੜੀਆਂ ਪਾ ਕੇ ਮਿਲੇ ਕਿ ਵੀਰ ਨੂੰ ਅੱਜ ਮਿਲ ਲਓ ਸਾਨੂੰ ਘੁੱਟ ਘੁੱਟ ਕੇ, ਪਤਾ ਨਹੀਂ ਤੁਸੀਂ ਫਿਰ ਮਿਲਣਾ ਕਿ ਨਹੀਂ। ਬਿਲਕੁਲ ਬਿਲਕੁਲ ਹਾਂਜੀ। ਇੱਥੋਂ ਤੱਕ ਕਿ ਕਈ ਸਿੰਘਾਂ ਨੇ ਤੇ ਆਪਣੇ ਜ਼ਮੀਨ ਜਾਇਦਾਦ ਦੇ ਕਾਗਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਲਿਖ ਦਿੱਤੇ ਕਿ ਅਸੀਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾ ਰਹੇ ਹਾਂ, ਜੇਕਰ ਅਸੀਂ ਵਾਪਸ ਨਾ ਆਏ ਤੇ ਸਾਡੀ ਜ਼ਮੀਨ ਜਾਇਦਾਦ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਨੂੰ ਭੇਂਟ ਕਰ ਦਿੱਤੀ ਜਾਵੇ। ਕਿੰਨਾ ਜਜ਼ਬਾ ਦੇ ਹਾਂਜੀ। ਬਿਲਕੁਲ। ਤੇ ਜੇਕਰ ਖੜੇ ਕਰਦੀਆਂ ਇਹ ਗੱਲਾਂ ਜਿਹੜੀਆਂ ਆ ਕਿਉਂਕਿ ਅੱਜ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਆ ਉਹ ਅਜੇ ਵੀ ਖਾਲਸਾ ਪੰਥ ਦੇ ਵਿੱਚ ਹੈਗੀਆਂ। ਪਰ ਸਾਹਿਬ ਥੋੜ੍ਹਾ ਜਿਹਾ ਵਿਸ਼ੇ ਤੋਂ ਬਾਹਰ ਆ ਕੇ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੇ ਆਪਣੀਆਂ ਜ਼ਮੀਨਾਂ ਦੇ ਕਾਗਜ਼ ਵੀ ਦੇ ਦਿੱਤੇ, ਪਰ ਅੱਜ ਮਾਇਆ ਜਿਹੜੀ ਆ ਉਹ ਬਹੁਤ ਜ਼ਿਆਦਾ ਭਾਰੂ ਨਜ਼ਰ ਆਉਂਦੀ ਆ ਇਸ ਚੀਜ਼ ਨੂੰ ਲੈ ਕੇ। ਜਿਵੇਂ ਹੁਣ ਵੀ ਪਿੱਛੇ ਵੀ ਬੇਅਦਬੀਆਂ ਹੋਈਆਂ ਜਾਂ ਜੋ ਕੁਛ ਵੀ ਹੋਇਆ ਉਸ ਚੀਜ਼ ਦੇ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਥੋੜ੍ਹੇ ਕੁ ਦਿਨ ਹਿਲਜੁਲ ਤੋਂ ਬਾਅਦ ਦੇ ਵਿੱਚ ਕੁਛ ਵੀ ਜਿਹੜਾ ਆ ਉਹ ਨਹੀਂ ਹੋਇਆ। ਇਹ ਪੁਰਾਤਨ ਸਿੰਘਾਂ ਦਾ ਇੱਕ ਜਜ਼ਬਾ ਸੀ। ਉਹ ਕਹਿੰਦੇ ਸੀ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਜੀ ਜੀ ਹਾਂਜੀ। ਪਰ ਅੱਜ ਜਿਹੜੀ ਧਾਰਨਾ ਉਲਟ ਹੋ ਗਈ ਹੈ, ਉਹ ਕਹਿੰਦੇ ਮੈਂ ਵਸਾਂ ਪੰਥ ਉਜੜੇ ਜੀ 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 ਹਾਂਜੀ। ਇਸ ਤਰ੍ਹਾਂ ਦੀ ਜਿਹੜੀ ਭਾਵਨਾ ਉਹ ਕਿਤੇ ਨਾ ਕਿਤੇ ਇਹ ਰਾਜਨੀਤਿਕ ਇਹ ਜਾਂ ਮਾਇਆ ਦਾ ਪ੍ਰਭਾਵ ਹੈ, ਜਿਹੜਾ ਮਾਇਆਵੀ ਪ੍ਰਭਾਵ ਕਾਰਨ ਕਰਕੇ ਇਹ ਦਸ਼ਾ ਜਿਹੜੀ ਹੁੰਦੀ ਜਾ ਰਹੀ ਹੈ। ਤਾਂ ਹੀ ਉਹ ਸਾਡੇ ਅੱਜ ਸਿੱਖ ਪੰਥ ਦੇ ਵਿੱਚ ਬਹੁਤ ਦੁਸ਼ਵਾਰੀਆਂ ਜਿਹੜੀਆਂ ਉਹ ਵਾਪਰਦੀਆਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਵੀ ਥੋੜ੍ਹੀ ਜਿਹੜੀ ਆ ਉਹ ਕਮੀ ਨਜ਼ਰ ਆਉਂਦੀ ਆ ਕਿ ਅਜਿਹੀਆਂ ਗੱਲਾਂ ਅਜਿਹੇ ਮੋਰਚੇ ਜਿਹੜੇ ਲੱਗੇ ਆ ਜਿਹੜੇ ਸਿੱਖਾਂ ਦੇ ਵਿੱਚ ਜਜ਼ਬਾ ਪੈਦਾ ਕਰਨ, ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਜਜ਼ਬਾ ਪੈਦਾ ਕਰਨ, ਇਹਨਾਂ ਦੇ ਉੱਤੇ ਖਾਸ ਪ੍ਰੋਗਰਾਮ ਜਿਹੜੇ ਆ ਉਹ ਕਰਵਾਏ ਜਾਣੇ ਚਾਹੀਦੇ ਆ। ਜਿਵੇਂ ਕੋਈ ਫਿਲਮ ਆਉਂਦੀ ਆ, ਧਾਰਮਿਕ ਫਿਲਮ ਆਉਂਦੀ ਆ ਅਤੇ ਪਿੰਡਾਂ ਦੇ ਵਿੱਚ ਦਿਖਾਈ ਜਾਂਦੀ ਆ, ਉਸ ਤਰੀਕੇ ਦੇ ਨਾਲ ਕੁਛ ਇਸ ਤਰ੍ਹਾਂ ਦਾ ਬਣਾਇਆ ਜਾਵੇ ਜਿਹੜਾ ਕਿ ਬੱਚਿਆਂ ਦੇ ਮਨ ਦੇ ਵਿੱਚ ਸਿੱਧਾ ਉਤਰੇ। ਫਿਰ ਸਿੱਖੀ ਪ੍ਰਤੀ ਜਜ਼ਬਾ ਜਿਹੜਾ ਆ ਉਹ ਅਸੀਂ ਪੈਦਾ ਜਿਹੜਾ ਉਹ ਕਰ ਸਕਦੇ ਹਾਂ ਜੀ ਜੀ ਬਿਲਕੁਲ ਬਿਲਕੁਲ ਇਸ ਤਰੀਕੇ ਦੇ ਨਾਲ। ਸੋ ਮੈਂ ਚਾਹੂੰਗਾ ਤੁਸੀਂ ਆਪਣੀ ਗੱਲਬਾਤ ਜਿਹੜੀ ਆ ਉਹ ਜਾਰੀ ਰੱਖੋ ਕਿ ਫਿਰ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਆਖਰੀ ਵਾਰ ਜਿਹੜਾ ਆ ਉਹ ਮਿਲਣ ਦੀ ਗੱਲ ਜਦੋਂ ਚੱਲਦੀ ਆ ਕਿ ਜਾ ਰਹੇ ਆ ਸ਼ਹਾਦਤ ਦਾ ਜਾਮ ਪੀਣਗੇ, ਪਤਾ ਨਹੀਂ ਵਾਪਸ ਪਰਤਣਾ ਜਾਂ ਨਹੀਂ ਪਰਤਣਾ। ਉਸ ਤੋਂ ਅੱਗੇ ਦੀ ਗੱਲ ਕਰਾਂ ਤਾਂ ਕਿੰਨਾ ਚਿਰ ਮੋਰਚਾ ਜਿਹੜਾ ਆ ਉਹ ਚੱਲਦਾ ਰਿਹਾ ਅਤੇ ਕੀ ਕੁਛ ਉੱਥੇ ਜਿਹੜਾ ਆ ਉਹ ਵਾਪਰਦਾ? ਹਾਂ ਜੀ ਬਿਲਕੁਲ। ਦੇਖੋ ਇਹ ਮੋਰਚਾ ਤਕਰੀਬਨ ਜੀ 1 ਸਾਲ 10 ਮਹੀਨੇ ਦੇ ਕਰੀਬ ਇਹ ਮੋਰਚਾ ਚੱਲਿਆ ਜੀ।
14 ਸਤੰਬਰ 1923 ਨੂੰ ਇਹ ਅਖੰਡ ਪਾਠ ਸਾਹਿਬ ਆਰੰਭ ਕਰਨ ਤੋਂ ਸ਼ੁਰੂ ਹੋਇਆ ਸੀ ਜੀ। ਜਦੋਂ ਅਖੰਡ ਪਾਠ ਸਾਹਿਬ ਜੀ। ਆਰੰਭ ਕੀਤਾ ਗਿਆ ਸੀ ਔਰ ਜੀ। ਅਖੰਡ ਤੋਂ ਹੋਇਆ, ਜੀ ਉਸ ਦੇ ਰੋਸ ਵਜੋਂ ਸਿੰਘਾਂ ਨੇ ਮੋਰਚਾ ਲਗਾਇਆ। ਜੀ। ਮੋਰਚਾ ਤੋਂ ਭਾਵ ਸੀਗਾ ਕਿ ਆਪਾਂ ਇਹ ਜਿਹੜਾ ਸੰਕਲਪ ਕੀਤਾ ਨਾ ਜੀ, ਜੀ। ਅਸੀਂ ਅਰਦਾਸ ਕੀਤੀ ਸੀ ਕਿ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੈ, ਉਹ ਅਖੰਡ ਪਾਠ ਨਿਰਵਿਘਨਤਾ ਸਹਿਤ ਸੰਪੰਨ ਨਹੀਂ ਹੋਇਆ। ਜੀ। ਅਰਦਾਸ ਨਿਰਵਿਘਨਤਾ ਦੀ ਸੀ, ਜੀ। ਹੁਣ ਵਿਘਨ ਪੈ ਗਿਆ ਜੀ। ਤੇ ਇਸ ਕਰਕੇ ਅਸੀਂ ਉਸ ਨੂੰ ਸੰਪੂਰਨ ਕਰਨਾ ਹੈ, ਭਾਵੇਂ ਜੋ ਮਰਜ਼ੀ ਹੋ ਜਾਵੇ। ਜੀ। ਔਰ ਸਿੰਘਾਂ ਨੇ ਆਪਣੇ ਸਿਰ ਲੇਖੇ ਲਾਏ, ਜੀ। ਪਰ ਅੰਤ ਦੇ ਵਿੱਚ 27 ਅਪ੍ਰੈਲ 1924 ਨੂੰ 101 ਸਿੰਘਾਂ ਦਾ ਜੱਥਾ ਫਿਰ ਦੁਬਾਰਾ ਰਵਾਨਾ ਹੋਇਆ ਜੀ। ਜੀ। 1 ਸਾਲ 10ਵੇਂ ਮਹੀਨੇ ਦੇ ਵਿੱਚ, ਜੀ। 27 ਅਪ੍ਰੈਲ ਸੀ ਔਰ 1925 ਜੀ। ਜਦੋਂ ਇਹ ਜਥਾ ਜਾ ਰਿਹਾ ਨਾ ਜੀ, ਜੀ। ਤੇ ਰਸਤੇ ਦੇ ਵਿੱਚ ਇਹਨਾਂ ਨੂੰ ਖਬਰ ਮਿਲੀ ਕਿ ਅੰਗਰੇਜ਼ੀ ਸਰਕਾਰ ਨੇ ਉੱਥੋਂ ਆਪਣੇ ਪਹਿਰੇ ਹਟਾ ਲਏ ਨੇ ਜੀ। ਔਰ ਉਹਨਾਂ ਨੇ ਅਖੰਡ ਪਾਠ ਸਾਹਿਬ ਕਰਨ ਦੀ ਪ੍ਰਵਾਨਗੀ ਹੈ ਜਿਹੜੀ ਉਹ ਦੇ ਦਿੱਤੀ ਹੈ। ਜੀ। ਤੇ ਸਿੰਘਾਂ ਨੇ ਜੈਕਾਰੇ ਬੁਲਾਏ, ਬਹੁਤ ਪ੍ਰਸੰਨ ਹੋਏ ਜੀ। ਔਰ ਉੱਥੇ ਉਹਨਾਂ ਨੇ ਬਹੁਤ ਹੀ ਪਿਆਰ ਦੇ ਨਾਲ, ਬਹੁਤ ਵੱਡੇ ਵਿਰਾਗ ਦੇ ਨਾਲ ਜੀ। ਅਖੰਡ ਪਾਠ ਸਾਹਿਬ ਜਿਹੜਾ ਹੈਗਾ ਉਹ ਆਰੰਭ ਕੀਤਾ ਜੀ। ਔਰ ਵੱਡੀ ਗਿਣਤੀ ਸੰਗਤਾਂ ਨੇ ਉੱਥੇ ਜੀ ਅਖੰਡ ਪਾਠ ਸਾਹਿਬ ਦੇ ਵਿੱਚ ਹਿੱਸਾ ਲਿਆ। ਜੀ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਉਹਨਾਂ ਨੇ ਮੂੰਹ ਦੇ ਵਿੱਚੋਂ ਗੱਲ ਕੱਢੀ ਸੀ ਜਾਂ ਅਰਦਾਸਾ ਸੋਧਿਆ ਸੀ ਕਿ ਅਖੰਡ ਪਾਠ ਸਾਹਿਬ ਸੰਪੰਨ ਕਰਨਾ ਹੈ ਜੀ। ਔਰ ਉਸ ਦੀ ਸੰਪੂਰਨਤਾ ਜਿਹੜੀ ਜੀ ਉਹ ਕਰਦੇ ਨੇ। ਇਸ ਤਰ੍ਹਾਂ ਦੇ ਨਾਲ ਇਹ 1 ਸਾਲ 10 ਮਹੀਨੇ ਚੱਲ ਕੇ ਇਹ ਜੀ। ਮੋਰਚਾ ਜਿਹੜਾ ਇਹ ਸਮਾਪਤ ਹੁੰਦਾ ਹੈ ਜੀ। ਜੀ। ਕਹਿਣ ਤੋਂ ਭਾਵ ਕਿ ਸਿੰਘ ਜਿਹੜੇ ਆ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਮਨਾ ਕੇ ਹੀ ਜਿਹੜਾ ਆ ਉਹ ਦਮ ਲਿਆ, ਚਾਹੇ ਕਿ ਮੋਰਚਾ ਜਿਹੜਾ ਉਹ ਕਾਫੀ ਲੰਬਾ ਚੱਲਿਆ। ਅੰਤ ਦੇ ਉੱਤੇ ਇਹ ਪੁੱਛਣਾ ਚਾਹੂੰਗਾ ਕਿ ਅਜਿਹੇ ਮੋਰਚੇ ਜਿਹੜੇ ਆ ਉਹ ਸਾਡੇ ਵਾਸਤੇ ਸਾਨੂੰ ਕੀ ਸਿਖਾਉਂਦੇ ਆ, ਜਾਂ ਸਾਡੇ ਵਾਸਤੇ ਕਿਸ ਤਰ੍ਹਾਂ ਦੀ ਦਿਸ਼ਾ ਜਿਹੜੀ ਆ ਉਹ ਸਾਨੂੰ ਦਰਸਾਉਂਦੇ ਆ? ਜੀ ਬਿਲਕੁਲ ਜੀ, ਦੇਖੋ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਨਾ ਜੀ, ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਜੀ ਕਿ ਉਹ ਖੂਨ ਦੇ ਨਾਲ ਰੰਗਿਆ ਪਿਆ ਜੀ। ਜੀ। ਹਾਂਜੀ, ਜੇਕਰ ਅਸੀਂ ਗੱਲ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਤੀਆਂ ਤਵੀਆਂ ਤੇ ਆਸਣ ਲਾਉਂਦੇ ਨੇ ਔਰ ਉਹ ਸ਼ਹੀਦਾਂ ਦੇ ਸਰਤਾਜ ਅਖਵਾਏ ਜਾਂਦੇ ਨੇ। ਜੀ। ਇੱਥੇ 1.5 ਸਾਲ ਦਾ ਬੱਚਾ ਵੀ ਸ਼ਹੀਦ ਹੈ ਜੀ। ਔਰ ਇੱਥੇ 72 ਸਾਲ ਦਾ ਬਜ਼ੁਰਗ ਬਾਬਾ ਵੀ ਸ਼ਹੀਦ ਹੈ। ਬਿਲਕੁਲ। ਹਾਂਜੀ, ਇਹ ਸ਼ਹੀਦਾਂ ਦੀਆਂ ਜਿਹੜੀਆਂ ਦਾਸਤਾਵਾਂ ਨੇ, ਗਾਥਾਵਾਂ ਨੇ ਜਿਹੜੀਆਂ, ਇਹ ਸਾਡੇ ਅੰਦਰ ਇੱਕ ਜਜ਼ਬਾ ਭਰਦੀਆਂ ਨੇ ਜੀ। ਬਹੁਤ ਜੋਸ਼ ਭਰਦੀਆਂ ਨੇ। ਜੀ। ਜੀ। ਔਰ ਜਦੋਂ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਖਾਲਸਾ ਪੰਥ ਦਾ ਮਲੀਆ ਮੇਟ ਕਰ ਦੇਣਾ ਹੈ, ਜੀ। ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ, ਜੀ। ਤਾਂ ਉਹਨਾਂ ਨੂੰ ਸਿੰਘਾਂ ਸੂਰਵੀਰਾਂ ਨੇ ਆਪ ਸਾਹਮਣੇ ਹੋ ਕੇ ਇਹ ਦੱਸਿਆ ਕਿ ਜੀ। ਅਸੀਂ ਮੁਕਾਇਆ ਨਹੀਂ ਮੁੱਕਦੇ। ਜੀ। ਕਿਸੇ ਕਵੀ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਲਿਖਿਆ ਹੈ, ਜੀ। ਕਹਿੰਦੇ ਅਸੀਂ ਪਹੁੰਚਣਾ ਮਿੱਥੇ ਨਿਸ਼ਾਨਿਆਂ ਤੇ, ਜੀ। ਤੁਸੀਂ ਕੌਣ ਸਾਨੂੰ ਅਟਕਾਉਣ ਵਾਲੇ, ਜੀ। ਜੱਗ ਜਾਣਦਾ ਹੈ ਅਸੀਂ ਨਹੀਂ ਮੁੱਕ ਸਕਦੇ, ਜੀ। ਮੁੱਕ ਗਏ ਨੇ ਸਾਨੂੰ ਮੁਕਾਉਣ ਵਾਲੇ। ਬਿਲਕੁਲ। ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਸਾਕੇ ਨੇ, ਸ਼ਹੀਦੀ ਗਾਥਾਵਾਂ ਨੇ ਜਿਹੜੀਆਂ, ਜੀ। ਇਹ ਸਾਡੇ ਅੰਦਰ ਇੱਕ ਕੌਮੀ ਜਜ਼ਬਾ ਭਰਦੇ ਨੇ, ਜੀ। ਇੱਕ ਪੰਥ ਦਾ ਦਰਦ ਭਰਦੇ ਨੇ ਕਿ ਸਾਨੂੰ ਪੰਥ ਦੇ ਉੱਤੋਂ ਮਰ ਮਿਟ ਕੇ ਜੀ। ਜੂਝਣ ਦਾ ਇੱਕ ਸਾਡੇ ਅੰਦਰ ਚਾਅ ਪੈਦਾ ਕਰਦੇ ਨੇ। ਜੀ। ਸੋ ਇਸ ਕਰਕੇ ਇਹਨਾਂ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਜੀ। ਕਿ ਪਹਿਲੋਂ ਜੀ। ਆਪਣਾ ਆਪ ਸਮਰਪਣ ਕਰਨ ਦੀ ਭਾਵਨਾ ਹੈ। ਜੀ। ਜੋ ਤੋਂ ਬਿਲਕੁਲ। ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ। ਜੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਇਹ ਗੱਲ ਕੀਤੀ ਹੈ ਕਿ ਜ਼ਿੰਦਗੀ ਦੀ ਆਸ ਨਹੀਂ ਰੱਖਣੀ। ਜੀ। ਜ਼ਿੰਦਗੀ ਦੀ ਆਸ ਨਹੀਂ ਜੀ। ਰੱਖਣੀ। ਜੇਕਰ ਅਕਾਲ ਪੁਰਖ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਤੇ ਉਹ ਜ਼ਿੰਦਗੀ ਤੁਹਾਡੀ ਬਸਰ ਹੋ ਸਕਦੀ ਹੈ, ਪਰ ਜੀ। ਤੁਹਾਡੇ ਅੰਦਰ ਆਪਣੇ ਅਕਾਲ ਪੁਰਖ ਪਰਮਾਤਮਾ ਪ੍ਰਤੀ, ਆਪਣੇ ਜੀ। ਗੁਰੂ ਪ੍ਰਤੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ ਤੁਹਾਡੇ ਜੀ। ਅੰਦਰ ਪੂਰਨ ਸ਼ਰਧਾ ਤੇ ਨਿਸ਼ਚਾ ਹੋਣਾ ਚਾਹੀਦਾ ਕਿ ਜੇਕਰ ਕਿਤੇ ਉਸ ਆਸਥਾ ਦੇ ਪ੍ਰਤੀ ਤੁਹਾਨੂੰ ਕੁਰਬਾਨੀ ਵੀ ਕਰਨੀ ਪਵੇ ਤੇ ਤੁਸੀਂ ਜੀ। ਇੱਕ ਕਦਮ ਵੀ ਪਿੱਛੇ ਨਾ ਹਟ ਸਕੋ। ਜੀ। ਸੋ ਬਿਲਕੁਲ ਇਹ ਸਨ ਪ੍ਰੋਫੈਸਰ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਜੈਤੋ ਦਾ ਮੋਰਚਾ, ਜਿਸ ਦੇ ਵਿੱਚ ਕਈ ਸ਼ਹੀਦੀਆਂ ਹੋਈਆਂ, ਤੇ ਇਹ ਮੋਰਚਾ ਲਗਭਗ 1 ਸਾਲ 10 ਮਹੀਨੇ ਚੱਲਿਆ ਤੇ ਸਿੱਖਾਂ ਨੇ, ਸਿੰਘਾਂ ਨੇ ਆਪਣੀ ਗੱਲ ਮਨਵਾ ਕੇ ਹੀ ਦਮ ਲਿਆ। ਉਹਨਾਂ ਚਿਰ ਤੱਕ ਜਿਹੜਾ ਅਖੰਡ ਪਾਠ ਸਾਹਿਬ ਸੀਗਾ ਉਹ ਖੰਡਿਤ ਹੋਇਆ ਸੀਗਾ, ਉਸ ਨੂੰ ਦੁਬਾਰਾ ਜਿਹੜਾ ਆ ਉਹ ਸ਼ੁਰੂ ਕੀਤਾ। ਸੋ ਸਮੁੱਚਾ ਜੈਤੋ ਦੇ ਮੋਰਚੇ ਦਾ ਇਤਿਹਾਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਪ੍ਰੋਫੈਸਰ ਰਵਿੰਦਰ ਸਿੰਘ ਹੋਰਾਂ ਨੇ ਸਾਂਝਾ ਕੀਤਾ ਆ। ਸੋ ਅਜਿਹੇ ਮੋਰਚੇ, ਅਜਿਹਾ ਇਤਿਹਾਸ, ਅਜਿਹੇ ਦਿਹਾੜੇ ਤੁਹਾਡੇ ਨਾਲ ਸਾਂਝੇ ਕਰਨ ਦਾ ਮੁੱਖ ਤੌਰ ਦੇ ਉੱਤੇ ਮਕਸਦ
ਮੁੱਖ ਤੌਰ ਦੇ ਉੱਤੇ ਇਹੀ ਹੁੰਦਾ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਤੱਕ ਗੱਲ ਜਿਹੜੀ ਆ ਉਹ ਤੁਹਾਡੇ ਰਾਹੀਂ ਪਹੁੰਚੇ, ਕਿਉਂਕਿ ਅਜਿਹੀਆਂ ਗੱਲਾਂ ਜਿਹੜੀਆਂ ਚਾਹੇ ਪੁਸਤਕਾਂ ਦੇ ਵਿੱਚ ਵੀ ਦਰਜ ਆ ਪਰ ਸੀਨਾ ਬਸੀਨਾ ਵੀ ਅੱਗੇ ਪਹੁੰਚਦੀਆਂ ਨੇ। ਅਤੇ ਜਿਹੜਾ ਯੂਥ ਇਹਨਾਂ ਪ੍ਰੋਗਰਾਮਾਂ ਨੂੰ ਦੇਖਦਾ ਆ ਉਹਨਾਂ ਦੇ ਮਨਾਂ ਦੇ ਉੱਤੇ, ਹਿਰਦਿਆਂ ਦੇ ਉੱਤੇ ਵੀ ਸਿੱਖਾਂ ਦੀਆਂ ਕੁਰਬਾਨੀਆਂ, ਪੁਰਾਤਨ ਸਿੱਖਾਂ ਦਾ ਜਜ਼ਬਾ ਜਿਹੜਾ ਆ ਉਹ ਅੱਛੇ ਤਰੀਕੇ ਦੇ ਨਾਲ ਘਰ ਕਰਦਾ ਆ। ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਆ। ਤੁਹਾਡੇ ਤੋਂ ਆਗਿਆ ਚਾਹਾਂਗੇ। ਅੱਜ ਦੇ ਦਿਨ ਹੀ ਸਾਕਾ ਨਨਕਾਣਾ ਸਾਹਿਬ ਵੀ ਵਾਪਰਿਆ ਅਤੇ ਅੱਜ ਦੇ ਦਿਨ ਹੀ ਜਿਹੜਾ ਆ ਉਹ ਜੈਤੋ ਦੇ ਮੋਰਚੇ ਦਾ ਦਿਹਾੜਾ ਜਿਹੜਾ ਉਹ ਵੀ ਆਇਆ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ। ਸ਼ਰਧਾ ਸਤਿਕਾਰ ਭੇਟ ਕਰਦੇ ਹਾਂ, ਸ਼ਹੀਦਾਂ ਨੂੰ ਇੱਥੇ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।